परवक आपकरा सारथी फिर आपकरा मार एक ना गली जंजीरियां तुरी जल बसियार आपकरा आप हम कैसे करी पुकार नान करना जन किया फिर तसी करनी सार फिर तसी करनी सार हर जोग जोग भगते पाया राज रखदा राम राज हर नाम श्लोक महला पहला आपके पांडे साजन अडुगण दे एक नी दूध सुमाई है एक चुले रंजड़ी एक नहाली पैसा बने कुमरान खड़ी तना सवारी नानका जिनको नदर करी महला दूजा आपे सज कर आप जाई पे रखया जिस विच जंत पाए के देख था पुथा सुनो कहिए नानका सुनो कहिए नानका सब किश आपे आप सब किश आपे आप बड़ी बड़ी केवड़ी आईया इश्क ना कहना पता करी ए जिया इश्क सवाल साई कर बावड़ी कर छोड़ी तेरे बारे नानके बारी और दूजी नानी बारे सो कर ले सरदार का सो करता कद करीम दे जिया रिस बाए साई कर कमावनी तो छोड़ी तने पाए नारगे की बाहरी हो तुझी ना ही जाए सो करे जित सर जाए सो करे जित सर जाए सलोक पवन गुरु पाणी पिता माता तरहत दिवस रात दाई दाया खेले सगल जगत चंगियाइया बुराइया बचे कर्म दू कर्मी आपो अपनी के नेड़े के दूजनी नाम ते आया गए सख्त कार नानक ते मुख उजले खेती छुटी नाल जिनी नाम ते आया गए सख्त कार नानक ते मुख उजले खेती छुटी नाल वाहिगुरू जी का खालसा वाहिगुरू जी की फतेह। सतनाम श्री वाहिगुरु साहिब जी। दंडौत बंदन अनक बार सर्व कला समरथ डोलन ती राखो प्रभु नानक दी कर हाथ डोलन ते राखो प्रभु नानक दे कर हाथ
ਰਾਜਾਨ ਰਾਜ, ਪਾਨਾਨ ਪਹਾਨ, ਦੇਵਾਨ ਦੇਵ, ਉਪਮਾ ਮਹਾਨ। ਚਵਰ ਛਤਰ ਤਖਤ ਦੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਮੁਕੱਦਸ ਚਰਨਾਂ ਵਿੱਚ ਹਾਜ਼ਰੀਨ ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਸਾਰੀਆਂ ਸੰਗਤਾਂ ਗੁਰ ਬਖਸ਼ਿਸ਼ ਗੁਰ ਫਤਿਹ ਦੀ ਸਾਂਝ ਕਰੀਏ। ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਅਸੀਸ ਬਖਸ਼ਿਸ਼ ਕੀਤੀ। ਅੰਮ੍ਰਿਤ ਵੇਲੇ ਤੋਂ ਤਖਤ ਸਾਹਿਬ ਪਰ ਪ੍ਰਕਾਸ਼ਮਾਨ ਹੁੰਦੇ ਹੋਏ ਸਰਬੱਤ ਸੰਗਤਾਂ ਨੂੰ ਦੀਦਾਰ ਬਖਸ਼ੇ, ਨਾਲ ਨਾਲ ਅੰਮ੍ਰਿਤ ਬਾਣੀਆਂ ਦੇ ਨਿਤਨੇਮ, ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਬਖਸ਼ਿਸ਼ ਰੂਪ ਵਿੱਚ ਆਪਾਂ ਸਾਰਿਆਂ ਨੂੰ ਪੜ੍ਹਨ ਸੁਣਨ ਦਾ ਸੁਭਾਗ ਦਿੱਤਾ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਜੋ ਪਾਵਨ ਮੁੱਖ ਵਾਕ ਦੀ ਬਖਸ਼ਿਸ਼ ਕੀਤੀ, ਉਸ ਦੀ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਰੀਆਂ ਸੰਗਤਾਂ ਸ਼ਰਧਾ ਤੇ ਪਿਆਰ ਨਾਲ ਗੁਰੂ ਵਿਚਾਰ ਨਾਲ ਜੁੜੀਏ। ਸਾਰੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾ। ਹਰ ਹਰ ਚਰਨ ਹਿਰਦੈ ਉਰ ਧਾਰੇ, ਸਿਮਰ ਸੁਆਮੀ ਸਤਿਗੁਰ ਆਪਣਾ, ਕਾਰਜ ਸਫਲ ਹਮਾਰੇ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਅੱਜ ਦਾ ਪਾਵਨ ਸ਼ਬਦ ਬਖਸ਼ ਰਹੇ ਹਨ, ਜੋ ਸ਼ਬਦ ਟੋਡੀ ਰਾਗ ਵਿੱਚ ਪਾਵਨ ਅੰਗ ਨੰਬਰ 718 ਉੱਪਰ ਅੰਕਿਤ ਹੈ। ਪ੍ਰਾਰੰਭਕ ਤੁਕਾਂ ਰਹਾਉ ਦਾ ਬੰਦ ਹਨ ਔਰ ਗੁਰਦੇਵ ਗੁਰੂ ਅਰਜਨ ਦੇਵ ਜੀ ਇਹਨਾਂ ਆਰੰਭਕ ਬੋਲਾਂ ਵਿੱਚ ਕਿਰਪਾ ਕਰਦੇ ਹੈ ਕਿ ਆਪਾਂ ਸਾਰੇ ਸੰਸਾਰੀ ਜੀਵ ਹਾਂ। ਕੰਮ ਫਰਜ਼ ਹੈ, ਕੰਮ ਕਾਰਜ ਆਪਾਂ ਸਾਰੇ ਇਸ ਉਮੀਦ ਨਾਲ ਕਰਦੇ ਹਾਂ ਵੀ ਜੋ ਕਰਨ ਲੱਗੇ ਹਾਂ ਇਹ ਨੇਪਰੇ ਚੜ ਜਾਵੇ, ਇਹ ਪੂਰਾ ਹੋ ਜਾਵੇ। ਕਦੇ ਇਸ ਤਰ੍ਹਾਂ ਨਹੀਂ ਹੁੰਦਾ ਕਿ ਆਪਾਂ ਕੋਈ ਵੀ ਕਾਰਜ ਅਸਫਲਤਾ ਵਾਸਤੇ ਸ਼ੁਰੂ ਕਰੀਏ, ਵੀ ਕੰਮ ਤਾਂ ਕਰਨ ਲੱਗਾ ਪਰ ਇਹ ਹੋਵੇ ਨਾ। ਪਰ ਇਦਾਂ ਹੋ ਜਾਂਦਾ ਏ ਕਿ ਜਿਹੜਾ ਆਪਾਂ ਕੰਮ ਸ਼ੁਰੂ ਕਰਦੇ ਹਾਂ ਉਹ ਹੁੰਦਾ ਨਹੀਂ। ਆਪਾਂ ਚਾਹੁੰਦੇ ਹਾਂ, ਬਾਣੀ 'ਚ ਸਾਫ਼ ਲਿਖਿਆ, ਨਰ ਚਾਹਤ ਕਛ ਔਰੈ ਕੀ ਔਰੈ ਭਈ। ਮਨੁੱਖ ਕੁਝ ਹੋਰ ਸੋਚਦਾ, ਹੋ ਕੁਝ ਹੋਰ ਜਾਂਦਾ, ਕਿਉਂਕਿ ਮਨੁੱਖ ਵਿੱਚ ਸੋਚਣ ਦੀ ਸਮਰੱਥਾ ਹੈ, ਪਰ ਸੋਚੇ ਹੋਏ ਨੂੰ ਸੰਪੂਰਨ ਕਰਨ ਦੀ ਸਮਰੱਥਾ ਨਹੀਂ ਹੈ। ਇਹ ਦਾਤ ਤਾਂ ਮਾਲਕ ਦੇ ਹੱਥ ਵਿੱਚ ਹੈ ਕਿ ਜੋ ਅਸੀਂ ਸੋਚਿਆ, ਜਿਸ ਦੀ ਅਸੀਂ ਸ਼ੁਰੂਆਤ ਕੀਤੀ, ਉਹ ਸੰਪੂਰਨਤਾ ਤੱਕ ਪਹੁੰਚ ਜਾਵੇ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਅੱਜ ਦੇ ਸ਼ਬਦ ਵਿੱਚ ਉਹ ਜੁਗਤ ਦੱਸਦੇ, ਜਿਸ ਜੁਗਤ ਦੇ ਨਾਲ ਪਹਿਲਾਂ ਤਾਂ ਮਨੁੱਖ ਦੀ ਸੋਚ ਪਵਿੱਤਰ ਹੁੰਦੀ ਹੈ।
ਮਨੁੱਖ ਹਮੇਸ਼ਾ ਉਹੀ ਕੁਝ ਸੋਚਦਾ ਹੈ ਜਿਹੜਾ ਸੰਸਾਰ ਵਿੱਚ ਰਹਿੰਦਿਆਂ ਕਰੇ ਪਰ ਨਿਰੰਕਾਰ ਨੂੰ ਚੰਗਾ ਲੱਗੇ। ਇਹ ਨਹੀਂ ਹੈ ਵੀ ਮਾੜਾ ਸੋਚਾਂਗੇ ਤੇ ਮਾੜਾ ਹੀ ਪੂਰਾ ਹੋਵੇਗਾ। ਮਨੁੱਖ ਦੇ ਅੰਦਰੋਂ ਮਾੜੀਆਂ ਵਿਚਾਰਾਂ ਖਤਮ ਹੋ ਜਾਂਦੀਆਂ ਨੇ। ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਬੁਰਾ ਵਿਚਾਰ ਨਹੀਂ ਉਪਜਦਾ, ਫਿਰ ਨੇਕੀ ਦੇ ਚੰਗਿਆਈ ਦੇ ਵਿਚਾਰ ਉਪਜਦੇ ਨੇ। ਤੇ ਫਿਰ ਜਦੋਂ ਚੰਗੇ ਵਿਚਾਰਾਂ ਨਾਲ ਕਿਸੇ ਚੰਗੇ ਕਾਰਜ ਦੀ ਆਰੰਭਤਾ ਹੁੰਦੀ ਹੈ, ਫਿਰ ਗੁਰੂ ਆਪ ਸਹਾਈ ਹੁੰਦਾ ਹੈ ਔਰ ਉਹਨਾਂ ਕਾਰਜਾਂ ਦੀ ਸੰਪੂਰਨਤਾ ਗੁਰੂ ਆਪ ਕਰਾਉਂਦਾ ਹੈ। ਮਹਾਰਾਜ ਕਹਿੰਦੇ ਉਹ ਜੁਗਤ ਕੀ ਹੈ, ਹਰ ਹਰ ਚਰਨ ਹਿਰਦੈ ਔਰ ਧਾਰੇ। ਪਰਮੇਸ਼ਰ ਦੇ ਚਿਤ ਚਰਨ ਨਾਮ ਦੇ ਨਾਮ ਰੂਪ ਚਰਨ ਜਿਹੜੇ ਨੇ ਉਹ ਆਪਣੇ ਹਿਰਦੇ ਵਿੱਚ ਧਾਰ ਲਏ। ਪਰਮੇਸ਼ਰ ਦੇ ਨਾਮ ਦੀ ਯਾਦ ਆਪਣੇ ਹਿਰਦੇ 'ਚ ਵਸਾਉਣੀ ਹੈ। ਹੁਣ ਆਪਣੇ ਹਿਰਦੇ ਵਿੱਚ ਯਾਦ ਵਸੀ ਹੈ, ਸੰਸਾਰ ਦੀ ਹੈ, ਪਰਿਵਾਰ ਦੀ ਹੈ, ਪਦਾਰਥਾਂ ਦੀ ਹੈ। ਆਪਾਂ ਕਿਤੇ ਵੀ ਹੋਈਏ ਉਹ ਯਾਦਾਂ ਆਪਣਾ ਖਹਿੜਾ ਨਹੀਂ ਛੱਡਦੀਆਂ, ਆਪਣੇ ਨਾਲ ਨੇ। ਮਹਾਰਾਜ ਕਹਿੰਦੇ ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ। ਇਸ ਭਾਂਡੇ ਨੂੰ ਖਾਲੀ ਕਰਨਾ ਪਵੇਗਾ। ਇੱਕ ਰਾਜਾ ਸੀ, ਕਿਸੇ ਮਹਾਤਮਾ ਕੋਲ ਰੋਜ਼ ਜਾਇਆ ਕਰੇ, ਮਹਾਤਮਾ ਜੀ ਮੈਨੂੰ ਉਪਦੇਸ਼ ਬਖਸ਼ੋ, ਮਹਾਤਮਾ ਜੀ ਮੈਨੂੰ ਉਪਦੇਸ਼ ਬਖਸ਼ੋ। ਮਹਾਤਮਾ ਰੋਜ਼ ਟਾਲ ਮਟੋਲ ਕਰ ਦਿਆ ਕਰਨ। ਕਈ ਦਿਨਾਂ ਦੇ ਜਾਣ ਤੋਂ ਬਾਅਦ ਮਹਾਤਮਾ ਕਹਿੰਦੇ ਰਾਜਨ ਇਸ ਤਰ੍ਹਾਂ ਕਰੋ, ਇੱਕ ਨਵਾਂ ਮਕਾਨ ਉਸਾਰੋ, ਉੱਥੇ ਬੈਠ ਕੇ ਤੁਹਾਨੂੰ ਉਪਦੇਸ਼ ਦੇਵਾਂਗੇ। ਮਹਾਤਮਾ ਦੇ ਕਹਿਣ ਤੇ ਰਾਜੇ ਨੇ ਨਵਾਂ ਮਕਾਨ ਉਸਾਰ ਲਿਆ। ਜਦੋਂ ਮਕਾਨ ਉਸਾਰਿਆ ਗਿਆ, ਰਾਜੇ ਨੇ ਫਿਰ ਬੇਨਤੀ ਕੀਤੀ ਵੀ ਆਓ ਉਪਦੇਸ਼ ਬਖਸ਼ੋ। ਤਾਂ ਉਹ ਮਹਾਤਮਾ ਕਹਿੰਦੇ ਇਸ ਤਰ੍ਹਾਂ ਕਰੋ, ਇਸ ਮਕਾਨ ਦੇ ਵਿੱਚ ਇੱਕ ਨਾਲ ਜੋੜ ਕੇ ਦੂਜਾ, ਦੂਜੇ ਨਾਲ ਜੋੜ ਕੇ ਤੀਜਾ ਥੰਮ ਉਸਾਰ ਦਿਓ ਤੇ ਦਰਵਾਜ਼ੇ ਵਿੱਚ ਵੀ ਥੰਮ ਉਸਾਰ ਦਿਓ। ਪੂਰਾ ਮਕਾਨ ਜਿਹੜਾ ਹੈ ਉਹ ਥੰਮਾਂ ਨਾਲ ਜਿਹੜਾ ਉਹ ਭਰ ਦਿੱਤਾ ਜਾਵੇ। ਰਾਜੇ ਨੇ ਹੁਕਮ ਮੰਨਿਆ, ਸਾਰੇ ਮਕਾਨ ਵਿੱਚ ਥੰਮ ਉਸਾਰ ਦਿੱਤੇ, ਜੋੜ ਜੋੜ ਕੇ ਥੰਮ ਉਸਾਰੇ ਗਏ। ਫਿਰ ਬੇਨਤੀ ਕੀਤੀ, ਮਹਾਤਮਾ ਕਹਿੰਦੇ ਆਓ ਹੁਣ ਮਕਾਨ ਦੇ ਅੰਦਰ ਚੱਲੀਏ ਤੇ ਤੁਹਾਨੂੰ ਉਪਦੇਸ਼ ਬਖਸ਼ੀਏ। ਰਾਜਾ ਬੜਾ ਹੈਰਾਨ ਹੋਇਆ, ਮਹਾਤਮਾ ਜੀ ਤੁਸੀਂ ਦਾਨੇ ਪੁਰਸ਼ ਹੋ, ਦਾਨਿਸ਼ਵੰਦ ਹੋ, ਬੜੀ ਰੱਬ ਦੀ ਕਿਰਪਾ ਹੈ ਤੁਹਾਡੇ ਉੱਪਰ, ਪਰ ਇਹ ਕਿਹੋ ਜੀ ਗੱਲ ਹੋਈ? ਮਕਾਨ ਤਾਂ ਸਾਰਾ ਥੰਮਾਂ ਨਾਲ ਭਰ ਗਿਆ, ਅੰਦਰ ਜਾਇਆ ਹੀ ਨਹੀਂ ਸਕਦਾ, ਤਾਂ ਫਿਰ ਉਪਦੇਸ਼ ਕਿਵੇਂ ਦਿਓਗੇ? ਉਹ ਕਹਿੰਦੇ ਰਾਜਨ ਇਹੀ ਤੇਰੇ ਲਈ ਉਪਦੇਸ਼ ਹੈ। ਤੇਰਾ ਮਨ ਤਾਂ ਦੁਨਿਆਵੀ ਵਿਚਾਰਾਂ ਨਾਲ ਭਰਿਆ ਪਿਆ ਹੈ, ਜਿਵੇਂ ਇਹ ਮਕਾਨ ਥੰਮਾਂ ਨਾਲ ਭਰਿਆ ਹੈ, ਜੇ ਇਸ ਦੇ ਅੰਦਰ ਨਹੀਂ ਜਾਇਆ ਜਾ ਸਕਦਾ, ਇਵੇਂ ਤੇਰੇ ਅੰਦਰ ਉਪਦੇਸ਼ ਕਿਵੇਂ ਜਾਵੇਗਾ? ਆਪਣੇ ਅੰਦਰਲੇ ਭਾਂਡੇ ਨੂੰ ਕੁਝ ਖਾਲੀ ਕਰਨ ਦੀ ਕੋਸ਼ਿਸ਼ ਕਰ। ਆਪਣੇ ਅੰਦਰਲੇ ਬਰਤਨ ਨੂੰ ਪਹਿਲਾਂ ਖਾਲੀ ਕਰਨ ਦਾ ਯਤਨ ਕਰ। ਕੁਝ ਖਾਲੀ ਹੋਵੇਗਾ ਤਾਂ ਹੀ ਉਪਦੇਸ਼ ਟਿਕੇਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਇਹੀ ਕਿਰਪਾ ਕਰ ਰਹੇ, ਹਰ ਹਰ ਚਰਨ ਹਿਰਦੈ ਔਰ ਧਾਰੇ। ਪਹਿਲਾਂ ਪਰਮਾਤਮਾ ਨੂੰ ਇਸ ਲਈ ਸਿਮਰਨਾ ਹੈ, ਭਾਂਡਾ ਆਤਮਲੀਨ ਧੋਤਾ ਹੱਛਾ ਨਾ ਹੋਏ ਸੀ। ਬੜਾ ਮੈਲਾ ਹੋਇਆ ਪਿਆ, ਭਰਿਆ ਪਿਆ ਭਾਂਡਾ ਬੁਰਾਈਆਂ ਨਾਲ, ਸਾਡੇ ਧੋਣ ਨਾਲ ਤਾਂ ਸਾਫ਼ ਹੁੰਦਾ ਨਹੀਂ। ਪਰ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਹੱਛਾ ਹੋਏ ਸੀ। ਪਹਿਲਾਂ ਗੁਰੂ ਦਰ ਤੇ ਆ ਕੇ ਆਪਣੇ ਭਾਂਡੇ ਨੂੰ ਧੋਣ ਦਾ ਯਤਨ ਕਰਨਾ। ਜਿਵੇਂ ਬਾਣੀ ਨੇ ਆਖਿਆ, ਭਾਂਡਾ ਧੋਏ ਬੈਸ ਉਪਦੇਵ ਹੋ ਤੋ ਦੁੱਧੈ ਕੋ ਜਾਵੋ। ਇਹ ਸਾਡੇ ਮਨ ਦਾ ਭਾਂਡਾ ਗੁਰੂ ਚਰਨਾਂ ਵਿੱਚ ਆ ਕੇ ਸਾਫ਼ ਹੋਵੇਗਾ। ਜਦੋਂ ਭਾਂਡਾ ਸਾਫ਼ ਹੋਵੇਗਾ, ਫਿਰ ਸਿਮਰਨਾ ਹੈ ਕਿ ਉਹ ਅੰਦਰ ਟਿਕ ਜਾਵੇ ਪਰਮਾਤਮਾ ਦਾ ਨਾਮ। ਜਦੋਂ ਪਰਮਾਤਮਾ ਦਾ ਨਾਮ ਟਿਕ ਗਿਆ ਤਾਂ ਮਹਾਰਾਜ ਕਹਿੰਦੇ ਸਿਮਰ ਸੁਆਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ। ਫਿਰ ਟਿਕੇ ਹੋਏ ਨੇ। ਜਦੋਂ ਰੱਬ ਦੇ ਸਿਮਰਨ ਨਾਲ ਜੁੜ ਕੇ ਕਿਸੇ ਕਾਰਜ ਦੀ ਸ਼ੁਰੂਆਤ ਕੀਤੀ, ਦੁਨੀਆ ਦੇ ਲੋਕਾਂ ਨੇ ਆਖਿਆ ਇਹ ਕੰਮ ਕਿਵੇਂ ਹੋ ਸਕਦਾ? ਤੂੰ ਇਕੱਲਾ ਬੰਦਾ ਤੇ ਐਡਾ ਵੱਡਾ ਕਾਰਜ ਤੂੰ ਕਿਵੇਂ ਕਰੇਗਾ?
ਤਾਂ ਉਹਨੇ ਆਖਿਆ ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਮੇਰਾ ਗੁਰੂ ਮੇਰੇ ਅੰਗ ਸੰਗ ਹੈ, ਮੇਰੇ ਨਾਲ ਹੈ, ਤੇ ਜਿੱਥੇ ਗੁਰੂ ਖੜ ਜਾਵੇ, ਜਿੱਥੇ ਗੁਰੂ ਨਾਲ ਸਹਾਈ ਹੋਵੇ, ਉੱਥੇ ਫਿਰ ਕਦੇ ਕੋਈ ਕਾਰਜ ਰੁਕ ਹੀ ਨਹੀਂ ਸਕਦਾ। ਭਾਵੇਂ ਇਕੱਲੇ ਇਕੱਲਿਆਂ ਨੇ ਸ਼ੁਰੂਆਤ ਕੀਤੀ ਹੋਵੇ, ਕਾਫਲੇ ਆਪਣੇ ਆਪ ਬਣ ਜਾਂਦੇ ਹੈ। ਭਾਵੇਂ ਉਹ ਧਰਮ ਯੁੱਧ ਦੀ ਗੱਲ ਹੋਵੇ, ਭਾਵੇਂ ਮਨੁੱਖਤਾ ਦੀ ਸੇਵਾ ਦੀ ਗੱਲ ਹੋਵੇ, ਗੁਰੂ ਆਪ ਸਹਾਈ ਹੁੰਦਾ। ਪਰ ਜਿਹੜੇ ਨਾਮ ਤੋਂ ਟੁੱਟ ਜਾਂਦੇ ਆ, ਸਿਆਣੇ ਬਣਨ ਦੀ ਕੋਸ਼ਿਸ਼ ਕਰਦੇ ਆ ਵੀ ਅਸੀਂ ਸਿਆਣੇ ਬਣ ਕੇ ਹੀ ਸਾਰਾ ਕੁਝ ਆਪ ਹੀ ਕਰ ਲੈਣਾ, ਪਰ ਮਹਾਰਾਜ ਜੀ ਨੇ ਪਾਵਨ ਬਾਣੀ ਵਿੱਚ ਪਾਤਸ਼ਾਹ ਜੀ ਦੀ ਵਾਰ ਵਿੱਚ ਸ਼ਬਦ ਪੜ੍ਹਦੇ ਆ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਆਪਣੇ ਮਨ ਹੀ ਮਨ ਉਹ ਸਿਆਣਾ ਬਣਦਾ ਇਨਸਾਨ ਵੀ ਮੈਂ ਬਹੁਤ ਸਿਆਣਾ ਹੈ, ਮੈਨੂੰ ਬੜਾ ਤਜਰਬਾ ਹੈ, ਮੈਂ ਹਰ ਕਾਰਜ ਕੰਮ ਵਿੱਚ ਨਿਪੁੰਨਤਾ ਰੱਖਦਾ ਹਾਂ, ਪਰ ਰੱਬ ਨੂੰ ਨਹੀਂ ਚੇਤਦਾ, ਸਿਮਰਦਾ। ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੁੱਟੇ ਤਿਲ ਗੁਆੜ ਜਿਉ ਸੁਣੈ ਅੰਦਰ ਖੇਤ, ਖੇਤੈ ਅੰਦਰ ਛੁੱਟਿਆ ਕਹੋ ਨਾਨਕ ਸੋ ਨਾਹ, ਫਲੀ ਹੈ ਫੁੱਲੀ ਹੈ ਬਪੜੇ ਭੀ ਤਨ ਵਿੱਚ ਸੁਆਹ। ਮਹਾਰਾਜ ਜੀ ਨੇ ਇੱਕ ਉਦਾਹਰਣ ਦੇ ਕੇ ਸਮਝਾਈ, ਕਹਿੰਦੇ ਜਿਹੜੇ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਜਿਹੜੇ ਗੁਰੂ ਨੂੰ ਨਹੀਂ ਸਿਮਰਦੇ, ਆਪਣੇ ਮਨ ਹੀ ਮਨ ਸਿਆਣੇ ਬਣੇ ਨੇ। ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੁੱਟੇ ਤਿਲ ਗੁਆੜ ਗਿਓ ਸੁਣੈ ਅੰਦਰ ਖੇਤ। ਉਹਨਾਂ ਨਾਲ ਕੀ ਵਾਪਰਦੀ ਹੈ, ਗੁਰੂ ਉਹਨਾਂ ਦੀ ਬਾਂਹ ਨਹੀਂ ਫੜਦਾ। ਕਿਸਾਨ ਖੇਤੀ ਕਰਦਾ, ਖੇਤ ਵਿੱਚ ਤਿਲਾਂ ਦੇ ਬੀਜ ਬੀਜਦਾ, ਸਾਰਿਆਂ ਨੂੰ ਬਰਾਬਰ ਖੁਰਾਕ ਦਿੰਦਾ, ਬਰਾਬਰ ਸਾਰੇ ਪੌਦੇ ਵੱਧਦੇ ਫੁੱਲਦੇ ਆ, ਪਰ ਬੁਆੜ ਤਿਲ ਜਿਹੜੇ ਹੁੰਦੇ ਆ ਉਹ ਵਧੇ ਹੋਏ ਪੌਦੇ ਨੂੰ ਫੁੱਲ ਵੀ ਲੱਗਦੇ ਆ, ਫਲ ਵੀ ਲੱਗਦੇ ਆ। ਛੁੱਟੇ ਤਿਲ ਬੁਆੜ ਜੋ ਸੁਣੈ ਅੰਦਰ ਖੇਤ, ਪਰ ਜਦੋਂ ਉਹਨਾਂ ਨੂੰ ਵੱਢਣ ਦਾ ਸਮਾਂ ਆਉਂਦਾ ਹੈ ਨਾ, ਫਲੀਐ ਫੁੱਲੀਐ ਬਪੜੇ ਭੀ ਤਨ ਵਿੱਚ ਸੁਆਹ, ਉਹ ਵਧੇ ਫੁੱਲੇ ਤਾਂ ਬਰਾਬਰ ਹੀ ਹੁੰਦੇ ਆ, ਉਹਨਾਂ ਨੂੰ ਫਲ ਵੀ ਲੱਗਾ ਹੁੰਦਾ, ਪਰ ਉਹਨਾਂ ਦੇ ਫਲਾਂ ਦੇ ਅੰਦਰ ਸੁਆਹ ਹੁੰਦੀ ਹੈ, ਬੀਜ ਨਹੀਂ ਹੁੰਦੇ। ਇਸ ਲਈ ਕਿਸਾਨ ਉਹਨਾਂ ਨੂੰ ਆਪਣੀ ਮਿਹਨਤ ਗਵਾਉਂਦਾ ਨਹੀਂ ਵੀ ਐਵੇਂ ਵੱਢਾਂਗਾ ਝਾੜਾਂਗਾ ਚੋਂ ਕੁਛ ਨਹੀਂ ਨਿਕਲਣਾ, ਇਸ ਲਈ ਉਹਨਾਂ ਨੂੰ ਖੇਤ ਵਿੱਚ ਹੀ ਛੱਡ ਦਿੰਦਾ। ਖੇਤੈ ਅੰਦਰ ਛੁੱਟਿਆ ਕਹੋ ਨਾਨਕ ਸੋ ਨਾ, ਕੋਈ ਮਾਲਕ ਨਹੀਂ ਉਹਨੂੰ, ਅਵਾਰਾ ਪਸ਼ੂ ਉਜਾੜ ਦੇਣ, ਚਾਹੇ ਕਿਸਾਨ ਉਹਨੂੰ ਆਪਣੇ ਹਲਾਂ ਨਾਲ ਵੱਢ ਟੁੱਕ ਕੇ ਜ਼ਮੀਨ ਵਿੱਚ ਦੱਬ ਦੇਵੇ, ਉਹਨਾਂ ਦੀ ਕੋਈ ਅਹਿਮੀਅਤ ਨਹੀਂ ਰਹਿੰਦੀ। ਇਵੇਂ ਮਹਾਰਾਜ ਜੀ ਕਹਿੰਦੇ ਜਿਹੜੇ ਇਨਸਾਨ ਰੱਬ ਦੇ ਨਾਮ ਨਾਲੋਂ ਟੁੱਟ ਜਾਂਦੇ, ਵੱਧਦੇ ਫੁੱਲਦੇ ਉਹ ਵੀ ਆ। ਸੰਸਾਰਕ ਪੱਧਰ ਤੇ ਜਾਪਦਾ ਹੈ ਕਿ ਤਰੱਕੀਆਂ ਕਰ ਰਹੇ ਨੇ, ਪਰ ਉਹਨਾਂ ਦੇ ਅੰਦਰ ਨੂੰ ਕਦੇ ਫੋਲ ਕੇ ਦੇਖੋ। ਮਹਾਰਾਜ ਕਹਿੰਦੇ ਜਿਵੇਂ ਉਹ ਵਧੇ ਫੁੱਲੇ ਤਿਲਾਂ ਦੇ ਬੂਟੇ, ਪਰ ਉਹਨਾਂ ਦੇ ਜਿਹੜੇ ਫਲ ਸੀ ਉਹਨਾਂ ਦੇ ਅੰਦਰ ਬੀਜ ਨਹੀਂ ਸਨ, ਸੁਆਹ ਭਰੀ ਸੀ, ਇਵੇਂ ਰੱਬ ਤੋਂ ਦੂਰ ਹੋਇਆ ਮਨੁੱਖ ਸੰਸਾਰੀ ਤਰੱਕੀ ਤਾਂ ਦਿਸਦੀ ਹੈ, ਪਰ ਉਹਦੇ ਅੰਦਰ ਦੁੱਖਾਂ ਦੀ ਸੁਆਹ ਭਰੀ ਹੁੰਦੀ ਹੈ। ਉਹਨੂੰ ਕਿਸੇ ਤਰ੍ਹਾਂ ਦੀ ਸ਼ਾਂਤੀ ਨਹੀਂ, ਕਿਸੇ ਤਰ੍ਹਾਂ ਦਾ ਸਕੂਨ ਨਹੀਂ, ਕਿਸੇ ਤਰ੍ਹਾਂ ਦਾ ਟਿਕਾ ਨਹੀਂ, ਉਹਦੇ ਅੰਦਰ ਬਹੁਤ ਭਿਆਨਕ ਦੁੱਖਾਂ ਦੀ ਅੱਗ ਬਲਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ, ਸਿਮਰ ਸੁਆਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ। ਸੁਆਮੀ ਨੂੰ ਸਿਮਰ, ਤੇਰੇ ਕਾਰਜ ਵੀ ਸਫਲ ਹੋਣਗੇ, ਤੇ ਸਭ ਤੋਂ ਵੱਡਾ ਤੇਰਾ ਜਿਹੜਾ ਕਾਰਜ ਹੈ, ਜਨਮ ਮਰਨ ਦਾ ਦੁੱਖ ਮੁੱਕ ਜਾਵੇਗਾ, ਮਨੁੱਖਾ ਜੀਵਨ ਸਫਲ ਹੋ ਜਾਵੇਗਾ। ਸਫਲ 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 ਭਈ ਯਾਤਰਾ, ਤੇਰੀ ਇਹ ਯਾਤਰਾ ਸਫਲ ਹੋ ਜਾਵੇਗੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਕਿਰਪਾ ਕਰਦੇ ਹੈ, ਪੁੰਨ ਦਾਨ ਪੂਜਾ ਪਰਮੇਸ਼ਰ, ਹਰ ਕੀਰਤ ਤਤ ਵਿਚਾਰੇ। ਸਭ ਤੋਂ ਵੱਡਾ ਪੁੰਨ ਦਾਨ ਕੀ ਹੈ? ਆਪਾਂ ਜਪਜੀ ਸਾਹਿਬ ਪੜ੍ਹਦੇ ਹਾਂ, ਜੀ ਦਇਆ ਪਰਵਾਨ। ਜੀਆਂ ਉੱਪਰ ਦਇਆ ਕਰਨੀ ਇਹ ਬਹੁਤ ਵੱਡਾ ਦਾਨ ਹੈ, ਬਹੁਤ ਵੱਡਾ ਪੁੰਨ ਹੈ। ਪਰ ਮਹਾਰਾਜ ਕਹਿੰਦੇ ਜਿਹੜਾ ਬੰਦਾ ਆਪਣੇ ਆਪ ਤੇ ਜੇ ਦਇਆ ਕਰਨ ਨਹੀਂ ਸਿੱਖਿਆ, ਉਹ ਕਿਸੇ ਤੇ ਕੀ ਦਇਆ ਕਰੇਗਾ? ਜਿਹੜਾ ਆਪਣਾ ਹੀ ਦੁਸ਼ਮਣ ਖੁਦ ਆਪ ਬਣਿਆ ਬੈਠਾ ਹੈ। ਕਿਸ ਬੰਦੇ ਨੂੰ ਪਤਾ ਨਹੀਂ ਹੈ ਕਿ ਜ਼ਹਿਰ ਜ਼ਹਿਰ ਹੁੰਦਾ ਹੈ, ਅੰਮ੍ਰਿਤ ਅੰਮ੍ਰਿਤ ਹੁੰਦਾ ਹੈ, ਪਰ ਸਭ ਕੁਝ ਜਾਣਦਿਆਂ ਹੋਇਆਂ ਵੀ ਅੰਮ੍ਰਿਤ ਕੌੜਾ ਵਿਖਿਆ ਮਿੱਠੀ ਸਾਖਤ ਕੀ ਵਿਦ ਨੈਣ ਹੁੰਦੀ। ਜਿਹੜਾ ਆਪਣਾ ਹੀ ਦੁਸ਼ਮਣ ਆਪ ਬਣਿਆ ਹੈ,
ਸਾਹਮਣੇ ਜ਼ਹਿਰ ਵੀ ਪਿਆ ਹੈ, ਅੰਮ੍ਰਿਤ ਵੀ ਪਿਆ ਹੈ, ਪਤਾ ਵੀ ਹੈ, ਪਰ ਫਿਰ ਵੀ ਜੇ ਅੰਮ੍ਰਿਤ ਨੂੰ ਛੱਡ ਕੇ ਜ਼ਹਿਰ ਖਾ ਰਿਹਾ ਹੈ ਤਾਂ ਉਹ ਬੰਦਾ ਕਿਸੇ ਦਾ ਕੀ ਭਲਾ ਕਰੇਗਾ? ਉਹ ਕਿਸੇ ਜੀਵ ਤੇ ਕੀ ਦਇਆ ਕਰੇਗਾ ਜਿਹਨੂੰ ਆਪਣੇ ਤੇ ਅਜੇ ਦਇਆ ਕਰਨੀ ਨਹੀਂ ਆਈ। ਮਹਾਰਾਜ ਕਹਿੰਦੇ ਲੋਕ ਪੁੰਨ ਦਾਨ ਦਾ ਬਹੁਤ ਸਾਰਾ ਕਰਮ ਕਰਦੇ, ਇੱਕ ਬੰਨਿਓ ਇੱਕ ਜਣੇ ਦਾ ਹੱਕ ਮਾਰ ਲੈਂਦੇ ਆ ਤੇ ਦੂਜੇ ਬੰਨਿਓ ਸੇਵਾ ਕਰ ਦਿੰਦੇ। ਘਰ 'ਚ ਨੌਕਰ ਕੰਮ ਕਰਦਾ ਹੈ, ਉਹਨੂੰ ਸਹੀ ਸਮੇਂ ਤੇ ਸਹੀ ਤਨਖਾਹ ਨਹੀਂ ਦਿੱਤੀ ਜਾਂਦੀ, ਸਹੀ ਸਮੇਂ ਤੇ ਉਹਦੀਆਂ ਸਹੀ ਸਹੂਲਤਾਂ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ, ਅਣਜਾਣ ਬੰਦੇ ਨਾਲ ਧੋਖਾ ਕੀਤਾ ਜਾਂਦਾ ਹੈ, ਜਿੰਨਾ ਉਹ ਹੱਕਦਾਰ ਹੈ ਉਹਨੂੰ ਉਹਨਾਂ ਹੱਕ ਨਹੀਂ ਦਿੱਤਾ ਜਾਂਦਾ। ਤੇ ਗੁਰਦੁਆਰਾ ਸਾਹਿਬ ਆ ਕੇ ਸਾਰਿਆਂ ਨੂੰ ਦਿਖਾਉਂਦਾ ਏ ਵੀ ਮੈਂ ਵੱਡੇ ਨੋਟਾਂ ਵੱਡੀਆਂ ਡਾਲਰਾਂ ਨਾਲ ਗੋਲਕ ਵਿੱਚ ਜਿਹੜੀ ਪਾ ਕੇ ਮਾਇਆ ਤੇ ਫਿਰ ਨਮਸਕਾਰ ਕਰਨਾ। ਮਹਾਰਾਜ ਕਹਿੰਦੇ ਕੀ ਲਾਭ ਇਹੋ ਜਿਹੇ ਦਾਨ ਦਾ? ਇੱਕ ਬੰਨੇ ਕਿਸੇ ਦਾ ਖੂਨ ਚੂਸ ਰਿਹਾ ਹੈ, ਦੂਸਰੇ ਬੰਨੇ ਤੂੰ ਸੋਚਦਾ ਕਿ ਮੈਂ ਪੁੰਨ ਦਾਨ ਕਰਕੇ ਧਰਮੀ ਬਣ ਜਾਵਾਂਗਾ। ਨਹੀਂ, ਮਹਾਰਾਜ ਜੀ ਕਹਿੰਦੇ ਭਾਵਨੀ ਭਗਤ ਕੌਡੀ ਅਗਰ ਭਾਗ ਰੱਖੈ ਤਾਹੀ ਗੁਰ ਸਰਬ ਨਿਧਾਨ ਦਾਨ ਦੇਤ। ਧਰਮ ਦੀ ਕਿਰਤ ਕੀਤੀ ਹੋਵੇ ਤੇ ਲੋਕਾਂ ਨੂੰ ਵਿਖਾਉਣ ਦੀ ਭਾਵਨਾ ਨਾ ਹੋਵੇ, ਭਾਵਨਾ ਹੋਵੇ ਗੁਰੂ ਦੇ ਚਰਨਾਂ 'ਚ ਭੇਟ ਕਰਨ ਦੀ, ਤੇ ਭਾਵੇਂ ਕੌਡੀ ਵੀ ਭੇਟ ਕਰ ਦਿੱਤੀ ਜਾਵੇ ਤਾਂ ਵੀ ਮਹਾਰਾਜ ਸਾਰੀਆਂ ਬਖਸ਼ਿਸ਼ਾਂ ਨਾਲ ਨਿਵਾਜ ਦਿੰਦੇ ਨੇ। ਮਹਾਰਾਜ ਕਿਰਪਾ ਕਰਦੇ, ਕਹਿੰਦੇ ਭਾਈ ਸਭ ਤੋਂ ਵੱਡਾ ਪੁੰਨ ਦਾਨ ਪਰਮੇਸ਼ਰ ਦੀ ਪੂਜਾ ਕੀ ਹੈ? ਕੀਰਤ ਤਤ ਵਿਚਾਰੇ, ਰੱਬ ਦੀ ਕੀਰਤੀ ਕਰ, ਤਤ ਦੀ ਵਿਚਾਰ ਕਰ। ਤਤ ਦੀ ਵਿਚਾਰ ਤੋਂ ਬਿਨਾਂ ਤੇਰੀ ਪੂਜਾ ਪ੍ਰਵਾਨ ਨਹੀਂ। ਹੁਣ ਪੂਜਾ ਕੀ ਹੈ? ਮੈਂ ਇੱਕ ਘਟਨਾ ਦੇਖੀ, ਉਹ ਘਟਨਾ ਕੀ ਸੀ ਵੀ ਉਸ ਪਰਿਵਾਰ ਦਾ ਇਹ ਇੱਕ ਨਿਯਮ ਬਣਿਆ ਸੀ ਵੀ ਆਪਾਂ ਪਹਿਲਾਂ ਪ੍ਰਸ਼ਾਦਾ ਤਿਆਰ ਕਰਨਾ ਤੇ ਮਹਾਰਾਜ ਨੂੰ ਭੋਗ ਲਵਾਉਣਾ, ਫਿਰ ਕਿਸੇ ਨੂੰ ਛਕਾਉਣਾ। ਘਰ ਵਿੱਚ ਬਜ਼ੁਰਗਾਂ ਨੂੰ ਸ਼ੂਗਰ ਦੀ ਬਿਮਾਰੀ ਹੋ ਗਈ। ਸ਼ੂਗਰ ਦੀ ਬਿਮਾਰੀ ਵਾਲੇ ਇਨਸਾਨ ਨੂੰ ਛੇਤੀ ਵਾਰ-ਵਾਰ ਭੁੱਖ ਲੱਗਦੀ ਆ, ਤੇ ਜਦੋਂ ਭੁੱਖ ਲੱਗਦੀ ਉਹਦੇ ਤੋਂ ਆਪਣੇ ਆਪ ਤੇ ਕੰਟਰੋਲ ਨਹੀਂ ਕੀਤਾ ਜਾਂਦਾ। ਉਹਨੂੰ ਚਾਹਤ ਹੁੰਦੀ ਕਿ ਛੇਤੀ ਕੁਝ ਮਿਲੇ ਮੈਂ ਖਾਵਾਂ, ਕਿ ਰੋਗ ਆ। ਇਵੇਂ ਹੋਇਆ, ਬਜ਼ੁਰਗ ਨੇ ਘਰ ਵਿੱਚ ਬੱਚੇ ਨੂੰ ਪੁੱਛਿਆ ਵੀ ਅਜੇ ਪ੍ਰਸ਼ਾਦਾ ਨਹੀਂ ਪੱਕਾ, ਮੈਨੂੰ ਭੁੱਖ ਲੱਗੀ ਹੈ, ਜਾਂ ਆਪਣੇ ਮਾਤਾ ਜੀ ਨੂੰ ਕਹਿ ਮੈਨੂੰ ਪ੍ਰਸ਼ਾਦਾ ਦੇਣ। ਬੱਚੇ ਨੇ ਆਪਣੀ ਮਾਂ ਨੂੰ ਕਿਹਾ ਵੀ ਮਾਤਾ ਜੀ ਬਾਹਰ ਆਪਣੇ ਬਾਪੂ ਜੀ ਪ੍ਰਸ਼ਾਦਾ ਮੰਗਦੇ ਆ। ਉਹ ਕਹਿੰਦੀ ਅਜੇ ਹੁਣੇ ਤਾਂ ਇਹਨੇ ਚਾਹ ਡੱਫੀ ਆ, ਸ਼ਬਦ ਸੀ ਤਤ ਦੀ ਵਿਚਾਰ ਤੋਂ ਬਿਨਾਂ। ਕਹਿੰਦੀ ਅਜੇ ਹੁਣੇ ਤਾਂ ਇਹਨੇ ਚਾਹ ਡੱਫੀ ਆ, ਇਹਨੂੰ ਹੁਣ ਫਿਰ ਭੁੱਖ ਲੱਗ ਗਈ ਆ। ਜਾਂ ਉਹਨੂੰ ਕਹੇ ਅਜੇ ਮੈਂ ਬਾਬਾ ਜੀ ਨੂੰ ਭੋਗ ਲਵਾਉਣਾ ਹੈ, ਫਿਰ ਤੇਰੀ ਵਾਰੀ ਆਏਗੀ। ਹੁਣ ਇਹ ਪੂਜਾ ਹੈ, ਉਹਨਾਂ ਦਾ ਨਿਯਮ ਹੈ ਕਿ ਪਹਿਲਾਂ ਬਾਬਾ ਜੀ ਨੂੰ ਭੋਗ ਲਵਾਉਣਾ ਹੈ, ਫਿਰ ਅਸੀਂ ਕਿਸੇ ਨੂੰ ਪ੍ਰਸ਼ਾਦਾ ਦੇਣਾ ਹੈ। ਤਾਂ ਵਧੀਆ ਹੈ, ਪਰ ਮਹਾਰਾਜ ਕੀ ਕਹਿੰਦੇ ਆ? ਕਹਿੰਦੇ ਪੁੰਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ। ਤੂੰ ਪੁੰਨ ਦਾਨ ਵੀ ਕਰਦਾ ਹੈ, ਪੂਜਾ ਵੀ ਕਰਦਾ ਹੈ, ਪਰ ਤਤ ਤਾਂ ਵਿਚਾਰ। ਜਿਸ ਰੱਬ ਦੀ ਖੁਸ਼ੀ ਵਾਸਤੇ ਪੁੰਨ ਦਾਨ ਕਰਦਾ ਹੈ, ਪੂਜਾ ਕਰਦਾ ਹੈ, ਉਹ ਕੀ ਕਹਿੰਦਾ ਹੈ? ਉਹ ਤੇ ਕਹਿੰਦਾ ਸਭ ਮਹਿ ਜੋਤ ਜੋਤ ਹੈ ਸੋਏ, ਇਸ ਦਾ ਚਾਨਣ ਸਭ ਮਹਿ ਚਾਨਣ ਹੋਏ। ਆ ਜਿਹੜਾ ਭੁੱਖਾ ਰੋਟੀ ਮੰਗਦਾ ਇਹਦੇ ਵਿੱਚ ਵੀ ਮੈਂ ਹੀ ਬੈਠਾ ਹੋਇਆ। ਇਹ ਆਮ ਗੱਲ ਨਹੀਂ ਹੈ, ਇਹ ਸਾਡਾ ਇਤਿਹਾਸ ਵੀ ਹੈ। ਕਸ਼ਮੀਰ ਦੇ ਇਲਾਕੇ ਤੋਂ ਸੰਗਤ ਤੁਰੀ ਤੇ ਭਾਈ ਕੱਟੂ ਸ਼ਾਹ ਉਸ ਸੰਗਤ ਵਿੱਚ ਸਨ। ਇਹ ਭਾਈ ਕੱਟੂ ਸ਼ਾਹ ਮੁਸਲਮਾਨ ਪਰਿਵਾਰ ਵਿੱਚੋਂ ਸਨ ਤੇ ਸਭ ਤੋਂ ਪਹਿਲਾਂ ਇਹਨਾਂ ਨੇ ਸੈਯਦ ਪਰਿਵਾਰ ਵਿੱਚੋਂ ਸਿੱਖੀ ਧਾਰਨ ਕੀਤੀ ਸੀ। ਰਸਤੇ ਵਿੱਚ ਆਉਂਦਿਆਂ ਭਾਈ ਕੱਟੂ ਸ਼ਾਹ ਨੂੰ ਦਮੇ ਦੀ ਬਿਮਾਰੀ ਸੀ ਤੇ ਉਹਦਾ ਅਟੈਕ ਆ ਗਿਆ, ਸਾਹ ਨਾ ਆਵੇ, ਜਾਨ ਬੜੀ ਔਖੀ। ਜਿਹੜੀਆਂ ਸੰਗਤਾਂ ਨਾਲ ਸਨ ਉਹ ਵੱਖ-ਵੱਖ ਭੇਟਾਵਾਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਵਾਸਤੇ ਤੁਰੀਆਂ ਸਨ। ਉਹਨਾਂ ਵਿੱਚ ਇੱਕ ਸਿੱਖ ਸੀ ਜਿਹਦੇ ਕੋਲੇ ਸ਼ਹਿਦ ਸੀ, ਨਿੱਕੀਆਂ ਮੱਖੀਆਂ ਦਾ ਸ਼ੁੱਧ ਨੈਚੁਰਲੀ, ਜਿਹੜਾ ਜੰਮੂ ਕਸ਼ਮੀਰ ਦੇ ਇਲਾਕੇ ਵਿੱਚ ਫੁੱਲਾਂ ਦੀ ਸੁਗੰਧੀ ਤੋਂ ਮੱਖੀਆਂ ਨੇ ਤਿਆਰ ਕੀਤਾ ਸੀ। ਬੜਾ ਕੀਮਤੀ ਸ਼ਹਿਦ ਦਿਓ, ਆਪਾਂ ਗਰਮ ਪਾਣੀ ਵਿੱਚ ਪਾ ਕੇ ਭਾਈ ਕੱਟੂ ਸ਼ਾਹ ਨੂੰ ਪਿਆਈਏ ਤਾਂ ਕਿ ਇਹਦਾ ਜਿਹੜਾ ਸਵਾਹ ਹੈ ਉਹ ਥੋੜਾ ਸੌਖਾ ਹੋ ਜਾਵੇ, ਇਹਨੂੰ ਆਰਾਮ ਮਿਲੇ। ਪਰ ਉਹਨੇ ਆਖਿਆ ਨਾ ਭਾਈ, ਇਹ ਨਹੀਂ ਹੋ ਸਕਦਾ, ਇਹ ਸ਼ਹਿਦ ਤਾਂ ਮੈਂ ਗੁਰੂ ਹਰਗੋਬਿੰਦ ਸਾਹਿਬ ਵਾਸਤੇ ਲੈ ਕੇ ਜਾਣਾ ਹੈ, ਉਹਨਾਂ ਵਾਸਤੇ ਹੈ, ਤੇ ਮੈਂ ਪਹਿਲਾਂ ਕਿਸੇ ਨੂੰ ਕਿਵੇਂ ਦੇ ਸਕਦਾ? ਚਲੋ ਜਿਵੇਂ ਕਿਵੇਂ ਸੰਗਤ ਨੇ ਸਹਿਯੋਗ ਦਿੱਤਾ, ਭਾਈ ਕੱਟੂ ਸ਼ਾਹ ਜੀ ਵੀ ਪਹੁੰਚ ਗਏ।
ਸਾਰਿਆਂ ਨੇ ਆਪਣੀਆਂ ਆਪਣੀਆਂ ਭੇਟਾਵਾਂ ਰੱਖੀਆਂ, ਸਾਰਿਆਂ ਨੂੰ ਮਹਾਰਾਜ ਨੇ ਅਸੀਸਾਂ ਬਖਸ਼ੀਆਂ। ਪਰ ਜਦੋਂ ਸ਼ਹਿਦ ਵਾਲਾ ਸਿੱਖ ਆਇਆ ਨਾ, ਉਸ ਸ਼ਹਿਦ ਵਾਲੇ ਸਿੱਖ ਨੇ ਜਦੋਂ ਸ਼ਹਿਦ ਰੱਖਿਆ, ਮਹਾਰਾਜ ਜੀ ਨੇ ਆਖਿਆ ਚੁੱਕ ਲਾ, ਤੇਰੀ ਭੇਟਾ ਦੀ ਸਾਨੂੰ ਕੋਈ ਲੋੜ ਨਹੀਂ ਹੈ। ਕਹਿਣ ਲੱਗਾ ਮਹਾਰਾਜ ਜੀ ਇਹ ਜੰਮੂ ਕਸ਼ਮੀਰ ਦੇ ਇਲਾਕੇ ਦਾ ਸ਼ਹਿਦ ਹੈ, ਆਮ ਸ਼ਹਿਦ ਨਹੀਂ ਹੈ, ਨਿੱਕੀਆਂ ਮੱਖੀਆਂ ਦਾ ਸ਼ਹਿਦ ਹੈ, ਆਮ ਬੂਟਿਆਂ ਤੇ ਬੈਠ ਕੇ ਨਹੀਂ, ਇਹ ਮੱਖੀਆਂ ਨੇ ਸ਼ਹਿਦ ਫੁੱਲਾਂ ਤੇ ਬੈਠ ਕੇ ਤਿਆਰ ਕੀਤਾ। ਮਹਾਰਾਜ ਕਹਿੰਦੇ ਕਿੰਨਾ ਵੀ ਕੀਮਤੀ ਹੋਵੇ ਮੈਨੂੰ ਇਹਦੀ ਲੋੜ ਨਹੀਂ ਹੈ। ਮਹਾਰਾਜ ਤੁਸੀਂ ਸਾਰਿਆਂ ਦੀਆਂ ਨਿੱਕੀਆਂ ਤੋਂ ਨਿੱਕੀਆਂ ਭੇਟਾਵਾਂ ਵੀ ਪ੍ਰਵਾਨ ਕਰਕੇ ਅਸੀਸਾਂ ਦਿੱਤੀਆਂ, ਆਖਰ ਮੇਰੇ ਤੋਂ ਇਹੋ ਜਿਹਾ ਕੀ ਗੁਨਾਹ ਹੋ ਗਿਆ? ਮਹਾਰਾਜ ਕਹਿੰਦੇ ਗੁਨਾਹ ਇਹ ਹੋ ਗਿਆ ਵੀ ਜਦੋਂ ਮੈਂ ਮੰਗਦਾ ਸੀ, ਜਦੋਂ ਮੈਨੂੰ ਲੋੜ ਸੀ, ਉਦੋਂ ਤੇ ਤੂੰ ਸ਼ਹਿਦ ਦਿੱਤਾ ਨਹੀਂ, ਹੁਣ ਮੈਨੂੰ ਲੋੜ ਨਹੀਂ, ਹੁਣ ਧੱਕੇ ਨਾਲ ਤੂੰ ਸ਼ਹਿਦ ਦੇ ਰਿਹਾ, ਹੁਣ ਮੈਂ ਕੀ ਕਰਨਾ? ਉਹ ਹੈਰਾਨ ਹੋ ਗਿਆ ਵੀ ਮਹਾਰਾਜ ਮੈਂ ਤੁਹਾਡੇ ਲਈ ਤਾਂ ਲੈ ਕੇ ਆਇਆ, ਤੁਸੀਂ ਮੰਗਦੇ ਹੋਵੋ ਤੇ ਮੈਂ ਨਾ ਦਿਆਂ, ਇਹ ਕਿਵੇਂ ਹੋ ਸਕਦਾ? ਮਹਾਰਾਜ ਕਹਿੰਦੇ ਜਦੋਂ ਸਿੱਖ ਨੂੰ ਦਮੇ ਦਾ ਦੌਰਾ ਪੈ ਰਿਹਾ ਸੀ ਤੇ ਉਹਨੂੰ ਬੇਹੱਦ ਲੋੜ ਸੀ ਸ਼ਹਿਦ ਦੀ, ਤੇ ਤੂੰ ਉਹਨੂੰ ਸ਼ਹਿਦ ਦਿੱਤਾ ਹੀ, ਤੂੰ ਉਹਨੂੰ ਸ਼ਹਿਦ ਦਿੱਤਾ ਹੀ ਨਹੀਂ। ਜੇ ਤੂੰ ਉਹਨੂੰ ਸ਼ਹਿਦ ਦੇ ਦਿੰਨੋ ਤਾਂ ਉਹ ਸ਼ਹਿਦ ਸਾਡੇ ਕੋਲ ਪਹੁੰਚ ਜਾਣਾ ਸੀ, ਕਿਉਂਕਿ ਖਾਲਕ ਖਲਕ ਖਲਕ ਮਹਿ ਖਾਲਕ ਪੂਰ ਰਹਿਓ ਸਰਬ ਠਾਈ, ਪਰਮਾਤਮਾ ਤਾਂ ਸਾਰਿਆਂ 'ਚ ਵਸਦਾ। ਇਵੇਂ ਉਹ ਜਿਹੜਾ ਪਰਿਵਾਰ ਸੀ, ਠੀਕ ਹੈ ਉਹਨਾਂ ਦੀ ਭਾਵਨਾ, ਪਰ ਮਹਾਰਾਜ ਕਹਿੰਦੇ ਸਮਾਂ ਵਿਚਾਰਨਾ ਹੁੰਦਾ ਹੈ। ਗੁਰੂ ਸੁਮੱਤ ਕੀ ਦੇ ਰਿਹਾ ਹੈ? ਮਹਾਰਾਜ ਕਹਿੰਦੇ ਕੀਰਤ ਤਤ ਵਿਚਾਰੇ, ਧਰਮ ਤਾਂ ਤਤ ਨੂੰ ਵਿਚਾਰਨ ਵਿੱਚ ਹੈ, ਵੀ ਤਤ ਵਿਚਾਰੀਏ ਅਸਲ 'ਚ ਸੇਵਾ ਹੈ ਕੀ ਹੈ, ਅਸਲ ਵਿੱਚ ਸੇਵਾ ਹੈ ਕੀ ਹੈ। ਆਪਾਂ ਅਕਸਰ ਦੇਖਦੇ ਭਾਵਨਾ ਵਾਲੇ ਸਿੱਖ ਆਉਂਦੇ, ਭਾਵਨਾ ਨਾਲ ਸੇਵਾ ਕਰਦੇ ਆ, ਪਰ ਕਈ ਵਾਰੀ ਹੁੰਦਾ ਕਿ ਇੱਕ ਹੀ ਸੇਵਾ ਕਰਨੀ ਸਾਰੇ ਚਾਹੁੰਦੇ ਆ, ਵੀ ਮੈਂ ਵੀ ਇਹੀ ਕਰਨੀ, ਦੂਜਾ ਕਹਿੰਦਾ ਮੈਂ ਵੀ ਇਹੀ ਕਰਨੀ, ਔਰ ਉਹ ਕਰਨੀ ਹੈ ਜਿਸ ਨੂੰ ਲੋਕ ਵੇਖਣ ਤੇ ਵਾਹ ਵਾਹ ਕਰਨ ਵੀ ਬਹੁਤ ਸੇਵਾ ਕਰਦਾ। ਪਰ ਕੁਝ ਸੇਵਾਵਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਆਮ ਲੋਕਾਂ ਨੂੰ ਤਾਂ ਨਹੀਂ ਦਿਸਦੀਆਂ, ਪਰ ਉਹ ਬੜੀਆਂ ਜ਼ਰੂਰੀ ਹੁੰਦੀਆਂ ਕਰਨੀਆਂ, ਪਰ ਉੱਥੇ ਮਾਲਕ ਦੀ ਨਿਗਾਹ ਜ਼ਰੂਰ ਹੁੰਦੀ ਹੈ। ਗੁਰਦੁਆਰਾ ਸਾਹਿਬ ਦੇ ਸਾਹਮਣੇ ਤਾਂ ਸਾਰੀ ਸੇਵਾ ਕਰਦੇ ਆ, ਪਰ ਬੈਕ ਸਾਈਡ ਤੇ ਜਾ ਕੇ ਕੋਈ ਸੇਵਾ ਕਰਦਾ। ਨਗਰ ਕੀਰਤਨ ਹੋਵੇ ਤਾਂ ਅਗਲੇ ਪਾਸੇ ਤਾਂ ਸਾਰੀ ਝਾੜੂ ਫੇਰਦੇ ਆ, ਪਰ ਜਿੱਧਰੋਂ ਨਗਰ ਕੀਰਤਨ ਗੁਜ਼ਰ ਗਿਆ, ਸੰਗਤਾਂ ਵੱਲੋਂ ਛਕੇ ਹੋਏ ਪਦਾਰਥਾਂ ਦੇ ਬਚੇ ਹੋਏ ਛਿਲਕੇ ਜਾਂ ਜਿਹੜਾ ਖਾਲੀ ਬਰਤਨ ਆਦਿ ਖਿਲਰੇ ਹੁੰਦੇ ਆ, ਉਹਨਾਂ ਦੀ ਸਫਾਈ ਕਰਨ ਦੀ ਸੇਵਾ ਕੋਈ ਵਿਰਲਾ ਕਰਦਾ, ਓਨਾ ਹੀ ਫਲ ਮਿਲਦਾ ਹੈ ਨਗਰ ਕੀਰਤਨ ਦੇ ਅੱਗੇ ਝਾੜੂ ਫੇਰਨ ਦਾ, ਤੇ ਓਨਾ ਹੀ ਫਲ ਮਿਲਦਾ ਹੈ ਨਗਰ ਕੀਰਤਨ ਦੇ ਪਿਛਲੇ ਪਾਸੇ ਝਾੜੂ ਫੇਰਨ ਦਾ। ਕਿਉਂਕਿ ਮਹਾਰਾਜ ਜੀ ਕਹਿੰਦੇ ਤਤ ਵਿਚਾਰ, ਰੱਬ ਦੀ ਬੰਦਗੀ ਕਰਨ ਵਾਲਾ, ਸਿਮਰਨ ਕਰਨ ਵਾਲਾ ਤਤ ਦੀ ਵਿਚਾਰ ਕਰਦਾ ਹੈ ਵੀ ਅਸਲ ਵਿੱਚ ਸੇਵਾ ਹੈ ਕੀ ਹੈ। ਇਹ ਤਤ ਵਿਚਾਰਿਆ ਸੀ ਭਗਤ ਪੂਰਨ ਸਿੰਘ ਪਿੰਗਲਵਾੜੇ ਵਾਲੇ। ਉਹਨਾਂ ਨੇ ਅਹਿਸਾਸ ਕੀਤਾ ਵੀ ਇਹ ਵੀ ਬਹੁਤ ਵੱਡੀ ਸੇਵਾ ਹੈ, ਵੀ ਜਿਨ੍ਹਾਂ ਦੀ ਕੋਈ ਬਾਂਹ ਨਹੀਂ ਫੜਦਾ ਮੈਂ ਉਹਨਾਂ ਦੀ ਬਾਂਹ ਫੜਾਂ। ਵੱਖ-ਵੱਖ ਸੇਵਾਵਾਂ ਨੇ, ਵੱਖ-ਵੱਖ ਤਰੀਕਿਆਂ ਨਾਲ ਕੀਤੀਆਂ ਜਾਂਦੀਆਂ ਨੇ, ਪਰ ਅੰਦਰਲੇ ਤੱਤ ਦੀ ਵਿਚਾਰ ਕਰਨੀ ਬਹੁਤ ਜ਼ਰੂਰੀ ਹੈ। ਮਹਾਰਾਜ ਕਹਿੰਦੇ ਪੁੰਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤੱਤ ਵਿਚਾਰੇ। ਤੱਤ ਦੀ ਵਿਚਾਰ ਕਰ ਵੀ ਕਿਹੜੀ ਸੇਵਾ ਤੈਨੂੰ ਸਫਲਤਾ ਤੱਕ ਲੈ ਜਾਏਗੀ। ਹੁਣ ਜਿਨ੍ਹਾਂ ਨੂੰ ਤੱਤ ਦੀ ਵਿਚਾਰ ਨਹੀਂ ਆਈ, ਉਹ ਪੱਥਰਾਂ ਦੀ ਪੂਜਾ ਨੂੰ ਵੀ ਸੇਵਾ ਹੀ ਮੰਨਦੇ। ਆਪਾਂ ਕਿਸੇ ਧਰਮ ਦੀ ਨਹੀਂ ਕੋਈ ਗੱਲ ਨਹੀਂ ਕਰਦੇ, ਜਿਨ੍ਹਾਂ ਦੇ ਧਰਮ ਆ ਉਹਨਾਂ ਨੂੰ ਪ੍ਰਵਾਨ। ਆਪਾਂ ਸਿਰਫ ਸਿੱਖਾਂ ਦੀ ਗੱਲ ਕਰਦੇ ਹਾਂ ਕਿ ਜਿਨ੍ਹਾਂ ਨੂੰ ਤੱਤ ਦੀ ਵਿਚਾਰ ਨਹੀਂ ਆਈ, ਉਹ ਰੁੱਖਾਂ ਦੀ ਪੂਜਾ ਕਰੀ ਜਾਂਦੇ ਆ, ਉਹ ਆਪਣੇ ਹੱਥਾਂ ਨਾਲ ਹੀ ਇੱਟਾਂ ਜੋੜ ਕੇ ਉਹਦੀ ਪੂਜਾ ਕਰੀ ਜਾਂਦੇ। ਪਰ ਭਾਈ ਗੁਰਦਾਸ ਜੀ ਲਿਖਦੇ ਹੈ ਸੇਵਾ ਕਰਨੀ ਹੈ, ਪੂਜਾ ਕਰਨੀ ਹੈ ਤਾਂ ਤੱਤ ਵਿਚਾਰ। ਕਹਿੰਦੇ ਵੇਖਣ ਨੂੰ ਤਾਂ ਤੈਨੂੰ ਇਉਂ ਹੀ ਲੱਗਦਾ ਵੀ ਮੈਂ ਵੀ ਗੁਰਦੁਆਰੇ ਵੀ ਲੋਕ ਸੇਵਾ ਕਰਦੇ ਤੇ ਮੈਂ ਕਬਰਾਂ ਤੇ ਕਰਦਾ ਤੇ ਸੇਵਾ ਹੀ ਹੈ ਨਾ, ਟਾਈਮ ਤੇ ਮੈਂ ਵੀ ਲਾਉਣਾ, ਉਹਨਾਂ ਹੀ ਝਾੜੂ ਫੇਰਦਾ, ਪੋਚਾ ਲਾਉਣਾ, ਲੰਗਰ ਵਰਤਾਉਣਾ। ਪਰ ਮਹਾਰਾਜ ਦੇ ਪਿਆਰੇ ਸਿੱਖ ਭਾਈ ਗੁਰਦਾਸ ਜੀ ਲਿਖਦੇ, ਕਹਿੰਦੇ ਵੇਖੋ ਵਗਦੀ ਤਾਂ ਹਵਾ ਹੀ ਹੈ ਨਾ, ਪਰ ਹਵਾ ਦੇ ਵਗਣ ਵਿੱਚ ਬੜਾ ਫਰਕ ਹੁੰਦਾ। ਕਾਹੂ ਦਿਸ਼ਾ ਕੋ ਪਵਨ ਗਵਨ ਕੈ ਬਰਖਾ ਹੈ, ਕਾਹੂ ਦਿਸ਼ਾ ਕੋ ਪਵਨ ਗਵਨ ਸੁਬਾਦਰ ਬਿਲਾਤ ਹੈ। ਵੈਸੇ ਤਾਂ ਭਾਈ ਸਾਹਿਬ ਨੇ ਕਾਫੀ ਉਦਾਹਰਨਾਂ ਦਿੱਤੀਆਂ, ਪਰ ਆਪਾਂ ਇੱਕ ਤੇ ਹੀ ਗੱਲ ਕਰ ਲਈਏ। ਭਾਈ ਸਾਹਿਬ ਕਹਿੰਦੇ ਕਿਸੇ ਪਾਸਿਓਂ ਹਵਾ ਵਗਦੀ ਹੈ ਤੇ ਉਹ ਬੱਦਲ ਲੈ ਕੇ ਆਉਂਦੀ ਹੈ, ਬਰਸਾਤ ਹੁੰਦੀ ਹੈ, ਜੀ ਜੰਤ ਨੂੰ ਸੁੱਖ ਮਿਲਦਾ, ਮੀਂਹ ਪਿਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ।
पर काहू दिशा को पवन गवन सो बादर बिलात है। कहते एक बारी बदल छाए होण मीह पैण की तैयारी होवे ते दूजे पासों आउंदी हवा ही आ वो सारे बदल उड़ा के ही लै जाती है। तो हवा ही एक सुख दिंदी है एक दुख दिंदी है। निचोड़ कढ़िया भाई साहब ने, कहते काहू की सेव करत जीवन मुक्त होए, काहू की सेव जमपुर लै जात है। एक सेवा तेनू जीवन मुक्त कर देगी, पर विचारे तो बिना कीती हुई सेवा तेनू जमा दी पुरी नू लै जाएगी। हुण पखंडी बने हुए धार्मिक गुरु, उन्हां दी भी लोग सेवा ही करते, घर बार छड्डे धन दौलत लुटाई जाते हैं, पर वो सेवा उन्होंने मुक्त नहीं करेगी, क्योंकि वो आप डुब जाएंगे तो उन्होंने चेले भी डुब जाएंगे। आप सुनी सी ना छेवें पातशाह जी की साखी, वो जिहड़ा सप बाघे पुराणे के इलाके च महाराज के चरणों च आया सी, महाराज ने चरण सीस ते लाया तो सारा ही फट गया, वो कीड़े पए हुए सी। सिखा ने पूछा महाराज ये की है? महाराज कहते आप ही दसेगा। वो आत्मा बोली, उन्हें दसिया भी मैं एक पखंडी गुरु सी, आ सारे मेरे चेले सी, ना मैं आप धर्म कमाया ना इन्होंने सिक्ख्या दी। पहला ये लियाउंदे सी मैं खांदा सी, हुण लेखा दिना है ये मर के कीड़े बन गए तो मैं सप बन गया, हुण ये मेरे अंदरों मैनू तोड़ तोड़ के खांदे आ। महाराज कहते आ वेख लो हालात, काचे गुरते मुक्त ना हो। इसलिए गुरु की सेवा करनी है, मनुखता की सेवा करनी है, पर पखंडियां की सेवा लुटाया धन महाराज कहते जमा दी पूरी नू लै जांदा। अगे महाराज कृपा करते गुण गावत अतुल सुख पाया, ठाकुर अगम अपारे, बेशुमार बख्शिशां दा मालिक है परमात्मा, गुण गावत अतुल सुख पाया। महाराज कहते गुण गाउण नाल अतुल असीम ना नापिया मिनिया जाण वाला सुख मिलता है। तां ही दा बाणी ने लिखता जो सुख प्रभ गोविंद की सेवा, सो सुख राज ना लहीए। ऐसी बख्शिश मिलती है गुरु चरनां दी सेवा विचों। जो जन पार ब्रह्म अपने कीने, तिनका बहुर कश ना विचारे। एक बारी गुरु अपने बना लवे। वेखो आप रोज़ आके कहने हैं भी तू मेरा गुरु तो मैं तेरा सिख हाँ, ये साडी शरधा है। पर इदा कहंदियां 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 एक दिन ये आवेगा जिस दिन गुरु आखेगा तू मेरा सिख है तो मैं तेरा गुरु, उस दिन मोहर लग जाएगी। तो जिस दिन गुरु वाली मोहर लग गई भी गुरु ने आखता है मेरा सिख है, फिर की होगा धर्म राए दर कागद फारे, जन लेख नानक लेखा समझ, कागज फाड़ दिते जाएंगे। महाराज कहते जो जन पार ब्रह्म अपने कीने, जिन्होंने पार ब्रह्म ने अपने बना लिया, तिनका बहुर कश ना विचारे, फिर उन्होंने कोई लेखा नहीं लै सकता। उन्होंने कर्म ही इन्ने पवित्र हो जाते हैं भी उन्हों की जिंदगी में कदे गुनाह आ ही नहीं सकते जिहदा लेखा उन्होंने देना पवे। नाम रतन सुन जप जप जीवा, हर नानक कंठ मझारे। कहते हे वाहिगुरु तेरे नाम का रतन हीरा जिहड़ा है, उस नाम रतन हीरे नूं मैं जप जप जीवां, तुहाडे नाम अमृत नूं मैं सिमर सिमर के जिउना हाँ। हर नानक कंठ मझारे, मेरे गले विच तुहाडे नाम का हार पहनिया होया। जिवें कबीर साहब ने आख्या ना, कबीर मेरी सिमरनी रसना ऊपर राम, आद जुगादी सगल भगत, जाको ताको सुख विसराम। कहते हे मालक मेरी रसना ही माला बन गई है, तो हुण अठे पहर मेरी रसना सिमरदी रहिंदी है, जिस सिमरन दे नाल सारियां नूं सुख मिलता है। ऐसी बख्शिश महाराज गुरु अर्जन साहिब जी ने अज दे शब्द विच कीती है। जिन्नी क महाराज ने कृपा की आपां रल मिल के सांझ पाई है। गलतियां भुलां दी गुरु संगत जी माफ़ी बख्शो। आओ हुण इत्थे ही समाप्ति करिए जी। जो जन पार ब्रह्म अपने कीने, तिनका बाहुर कश ना विचारे। नाम रतन सुन जप जप जीवा, हर नानक कंठ मझारे। वाहिगुरु जी का खालसा, वाहिगुरु जी की फतेह।
ਕੋਈ